हाँ जी, सत श्री अकाल बेटा। ਆਪਾਂ ਕੱਲ ਵਰਕ ਜਿਹੜਾ ਯੂਨਿਟ 4th ਹੈ ਉਹ ਆਪਾਂ ਸਟਾਰਟ ਕੀਤਾ ਸੀਗਾ। ਉਹਦਾ ਆਪਾਂ ਨੈਕਸਟ ਟੌਪਿਕ ਅੱਜ ਕਰਨ ਜਾ ਰਹੇ ਹਾਂ। ਉਹ ਟੌਪਿਕ ਕੀ ਹੈਗਾ ਵਾ? ਵਰਕ ਡਨ ਬਾਏ ਵੇਅਰਿੰਗ ਫੋਰਸ। ਠੀਕ ਹੈ ਜੀ। ਵੇਅਰਿੰਗ ਫੋਰਸ ਮੀਨਸ ਜਦੋਂ ਫੋਰਸ ਚੇਂਜ ਹੁੰਦੀ ਹੈ। ਕੱਲ ਆਪਾਂ ਆਰਟੀਕਲ ਕੀਤਾ ਸੀਗਾ ਜਿਹਦੇ 'ਚ ਆਪਾਂ ਕੀਤਾ ਸੀਗਾ ਕਿ ਫੋਰਸ ਜਦੋਂ ਕੌਂਸਟੈਂਟ ਰਹਿੰਦਾ, ਕੌਂਸਟੈਂਟ ਫੋਰਸ 'ਤੇ ਵਰਕ ਡਨ ਜਿਹੜਾ ਉਹ ਕਿੰਨਾ ਆਇਆ ਸੀ। ਆਪਾਂ ਕੀਤਾ ਸੀ W ਇਜ਼ ਇਕੁਅਲ ਟੂ F ਵੈਕਟਰ ਡੋਟ DS ਵੈਕਟਰ। ਹੁਣ ਆਪਾਂ ਕਰਨਾ ਵੇਅਰਿੰਗ ਫੋਰਸ। ਫੋਰਸ ਕਿੱਥੇ ਵੇਰੀ ਕਰਦੀ ਆ? ਹੁਣ ਜਦੋਂ ਵੀ ਤੁਸੀਂ ਐਗਜ਼ਾਮਪਲ ਹੈ ਕਿ ਜਦੋਂ ਤੁਸੀਂ ਸੈਂਟਰ ਆਫ ਅਰਥ ਤੋਂ ਬੋਡੀ ਮੂਵ ਕਰਦੀ ਹੈ, ਪਿੱਛੇ ਨੂੰ ਜਾਂਦੀ ਹੈ, ਅਤੇ ਆਟੋਮੈਟਿਕਲੀ ਜਿਹੜੀ G ਦੀ ਵੈਲਿਊ ਆ ਉਹ ਘਟਦੀ ਜਾਂਦੀ ਆ। ਉਹ ਇਹ ਤਾਂ ਨਹੀਂ, ਉਹ ਕੰਟੀਨਿਊਸਲੀ ਘਟੀ ਜਾਂਦੀ ਆ। ਇੱਕ ਇਹਦਾ ਐਗਜ਼ਾਮਪਲ ਹੋ ਗਿਆ ਵੇਅਰਿੰਗ ਫੋਰਸ ਦਾ। ਹੁਣ ਇਹਦੇ ਨੂੰ ਕੈਲਕੂਲੇਟ ਕਿਵੇਂ ਕਰਨਾ ਵਰਕ ਡਨ? ਆਪਾਂ ਇਹਨੂੰ ਵਰਕ ਡਨ ਨੂੰ ਕੈਲਕੂਲੇਟ ਕਰਨ ਵਾਸਤੇ ਆਪਾਂ ਡਾਇਗਰਾਮ ਬਣਾਉਂਦੇ ਹਾਂ। ਆਪਣੇ ਕੋਲ ਸਪੋਜ਼ ਕਰੋ ਆਪਾਂ ਮੂਵ ਕਰਾਉਣਾ ਬੋਡੀ ਨੂੰ A ਤੋਂ B, ਠੀਕ ਹੈ। ਅਤੇ ਮੂਵ ਕਰਦੀ ਹੋਈ ਬੋਡੀ ਇੱਕ ਪੁਆਇੰਟ 'ਤੇ ਪਹੁੰਚ ਗਈ P 'ਤੇ। ਆਹ ਬੋਡੀ ਪਈ ਹੈ। ਆਪਾਂ ਇੱਕ ਸਮੋਲ ਜਿਹੜਾ ਉਹਨਾਂ ਦੀ ਡਿਸਪਲੇਸਮੈਂਟ ਲੈ ਲਈ ਕਿ ਸਪੋਜ਼ ਕਰੋ ਬੋਡੀ ਨੇ ਆਹ ਇਨੀਸ਼ੀਅਲ ਪੁਆਇੰਟ ਸੀ, ਇਹ ਫਾਈਨਲ ਪੁਆਇੰਟ ਹੈ। A ਜਿਹੜਾ ਵਾ ਉਹ ਇਨੀਸ਼ੀਅਲ ਪੁਆਇੰਟ ਹੈ, B ਜਿਹੜਾ ਫਾਈਨਲ ਪੁਆਇੰਟ ਹੈ। ਲੇਕਿਨ ਬੋਡੀ ਮੂਵ ਕਰਦੀ ਸਪੋਜ਼ ਕਰੋ ਪਹਿਲਾ ਪੁਆਇੰਟ A P 'ਤੇ ਗਈ ਆ, ਫਿਰ ਕੋਈ ਦੋ ਪੁਆਇੰਟ ਲੈ ਲਏ ਤੁਸੀਂ ਟੋਟਲ ਪਾਥ ਦੇ ਉੱਪਰ, ਕੋਈ ਦੋ ਛੋਟੇ ਪੁਆਇੰਟ ਲੈ ਲਏ। ਨੈਚੁਰਲੀ ਇਹਨਾਂ ਦੇ ਵਿੱਚ ਜਿਹੜੀ ਫੋਰਸ ਹੋਏਗੀ P ਤੋਂ Q, ਉਹ ਕੀ ਹੋਏਗੀ? ਕੌਨਸਟੈਂਟ ਹੋਏਗੀ। ਠੀਕ ਹੈ, ਕਿਉਂਕਿ ਸਮੋਲ ਏਰੀਆ ਇੱਥੇ ਜਿਹੜੀ ਫੋਰਸ ਉਹ ਜ਼ਿਆਦਾ ਵੇਰੀਏਸ਼ਨ ਸ਼ੋ ਨਹੀਂ ਕਰੇਗੀ, ਤਾਂ ਆਪਾਂ ਇਹਨੂੰ ਕੀ ਲੈ ਲੈਂਦੇ ਹਾਂ? ਕੌਨਸਟੈਂਟ। ਅਤੇ P ਤੋਂ ਲੈ ਕੇ Q ਤੱਕ ਜਿਹੜੀ ਡਿਸਪਲੇਸਮੈਂਟ ਹੈ ਉਹ ਕਿੰਨੀ ਹੈ? DS। ਸੋ ਵਰਕ ਡਨ ਕਿੰਨਾ ਆਏਗਾ? ਫਿਰ ਸਮੋਲ ਲੈ ਰਹੇ ਇਸ ਕਰਕੇ DW ਲਿਖਾਂਗੇ। ਕਾਹਦੀ ਇਕੁਅਲ ਆਏਗਾ? F ਵੈਕਟਰ ਡੋਟ DS ਵੈਕਟਰ, ਕਿਉਂਕਿ ਡਿਸਪਲੇਸਮੈਂਟ ਦੀ ਗੱਲ ਕਰਦੇ ਪਏ ਆ, ਫੋਰਸ ਜਿਹੜੀ ਆ ਉਹ ਵੇਰੀ ਕਰਦੀ ਪਈ ਆ। ਹੁਣ ਜੇ ਟੋਟਲ ਵਰਕ ਡਨ ਕਰਨਾ ਹੋਏਗਾ ਆਪਾਂ ਕੀ ਕਰਾਂਗੇ? ਇਹਦੀ ਇੰਟੀਗ੍ਰੇਸ਼ਨ ਲਵਾਂਗੇ। ਇੰਟੀਗ੍ਰੇਸ਼ਨ ਕੀ ਲਵਾਂਗੇ? ਇੰਟੀਗ੍ਰੇਸ਼ਨ ਲੈਣ ਲੱਗੇ ਆਪਾਂ ਹੁਣ ਟੋਟਲ ਕਰ ਲਾਂਗੇ। ਟੋਟਲ ਆਪਾਂ ਕਿੱਥੋਂ ਜਾਣਾ ਸੀਗਾ? A ਤੋਂ ਕਿੱਥੋਂ ਤੱਕ ਜਾਣਾ ਸੀਗਾ? B 'ਤੇ। ਸੋ ਲਿਮਿਟਸ ਕੀ ਬਣ ਜਾਣਗੀਆਂ? A ਤੋਂ B। ਅਤੇ ਇਹਦਾ ਕੀ ਆ ਜਾਏਗਾ? W ਇਜ਼ ਇਕੁਅਲ ਟੂ A to B F ਵੈਕਟਰ ਡੋਟ DS ਵੈਕਟਰ। ਇਹ ਆ ਗਿਆ ਤੁਹਾਡਾ ਵਰਕ ਡਨ ਡਿਊਰਿੰਗ ਵੇਅਰਿੰਗ ਫੋਰਸ। ਠੀਕ ਹੈ ਜੀ। ਨੈਕਸਟ ਆ ਗਿਆ ਆਪਣੇ ਕੋਲ, ਅਗਰ ਇਹਦੀ ਜਗ੍ਹਾ 'ਤੇ ਤੁਹਾਨੂੰ ਡਿਸਪਲੇਸਮੈਂਟ ਗਿਵਨ ਹੈ। ਆ ਯਾਦ ਰੱਖਣਾ ਹੈ ਕਿ ਜਿਹੜਾ ਫੋਰਸ ਹੈ ਇਹ ਕੀ ਕਰਦਾ ਪਿਆ? ਵੇਰੀ ਕਰਦਾ ਪਿਆ। ਚੇਂਜ ਇਨ ਡਿਸਪਲੇਸਮੈਂਟ 'ਚ ਆ ਰਹੀ ਹੈ, ਅਤੇ ਇੱਥੇ S1 to S2 ਵੀ ਲਿਖ ਸਕਦੇ ਹੋ। ਠੀਕ ਹੈ ਜੀ। ਨੈਕਸਟ ਆ ਗਿਆ ਤੁਹਾਡੇ ਕੋਲ, ਨੈਕਸਟ ਆ ਗਿਆ ਤੁਹਾਡੇ ਗ੍ਰਾਫ ਸ਼ੋ ਕੀਤਾ ਹੋਇਆ। ਠੀਕ ਹੈ ਜੀ। ਗ੍ਰਾਫ ਕਿਹਦੇ ਵਿੱਚ ਬਣਿਆ ਹੋਇਆ ਵਾ? ਗ੍ਰਾਫ ਬਣਿਆ ਹੋਇਆ ਤੁਹਾਡੇ ਕੋਲ ਡਿਸਪਲੇਸਮੈਂਟ ਅਤੇ ਫੋਰਸ ਦੇ ਵਿੱਚ। ਠੀਕ ਹੈ ਜੀ। ਡਿਸਪਲੇਸਮੈਂਟ ਅਤੇ ਫੋਰਸ ਦੇ ਵਿੱਚ ਮੰਨ ਲਓ ਆਹ ਬੋਡੀ ਹੈ, ਇਹਨੇ A ਤੋਂ ਲੈ ਕੇ B ਤੱਕ ਇਹਨੇ ਮੂਵ ਕੀਤਾ। ਜਦੋਂ ਤੁਸੀਂ ਇਹਨੂੰ ਥੱਲੇ A ਨਾਲ ਇੱਧਰ ਜੁਆਇਨ ਕਰੋਗੇ, ਇੱਧਰੋਂ B ਨੂੰ ਇੱਧਰ ਜੁਆਇਨ ਕਰੋਗੇ, ਇਹ ਨਵਾਂ ਪੁਆਇੰਟ ਕੀ ਬਣ ਜਾਏਗਾ? A ਡੈਸ਼। ਇਹ ਕੀ ਬਣ ਜਾਏਗਾ? B ਡੈਸ਼। ਠੀਕ ਹੈ ਜੀ। ਅਤੇ ਜੇ ਗ੍ਰਾਫਿਕਲੀ ਇਹ ਗੱਲ ਚੱਲ ਰਹੀ ਹੈ ਕਿ ਜੇ ਗ੍ਰਾਫ 'ਤੇ ਰਿਪਰਜੈਂਟ ਕਰਨਾ, ਆਹ ਆਪਾਂ ਦੋ ਪੁਆਇੰਟ ਲੈ ਲਏ ਸੀ P ਅਤੇ Q, ਇਹਨੂੰ ਨੀਚੇ ਨੂੰ ਜੁਆਇਨ ਕਰਵਾਓ ਕਿਉਂਕਿ ਇਹ ਆ ਗਿਆ ਉਹਦਾ Y ਐਕਸਿਸ, ਇਹ ਆ ਗਿਆ ਉਹਦਾ X ਐਕਸਿਸ। ਅਤੇ ਇਹ ਕੀ ਬਣ ਜਾਏਗਾ ਫਿਰ ਨੈਚੁਰਲੀ? P ਡੈਸ਼, ਅਤੇ ਇਹ ਕੀ ਬਣ ਜਾਏਗਾ? Q ਡੈਸ਼। ਅਤੇ ਆਹ ਕਿਹੜੀ ਹੈ? ਇਹ ਕੀ ਬਣ ਜਾਏਗੀ? ਡਿਸਪਲੇਸਮੈਂਟ DS। ਠੀਕ ਹੈ ਜੀ। ਸੋ ਤੁਹਾਡੇ ਕੋਲ ਡਿਸਪਲੇਸਮੈਂਟ ਜਿਹੜਾ ਵਰਕ ਡਨ ਹੈ FDS ਆਪਾਂ ਪੜ੍ਹਿਆ ਹੈ, ਇਹ ਕਾਹਦੇ ਬਰਾਬਰ ਆ ਜਾਏਗਾ? ਵਰਕ ਡਨ ਕਿੰਨਾ ਆ ਗਿਆ? P ਇੰਟੂ P ਡੈਸ਼। ਠੀਕ ਹੈ ਜੀ। ਇੰਟੂ P ਡੈਸ਼ ਅਤੇ Q ਡੈਸ਼। ਆਹ ਡਿਸਪਲੇਸਮੈਂਟ ਆ ਗਈ। ਠੀਕ ਹੈ ਜੀ। ਫੋਰਸ ਕਿੰਨੀ ਆ ਗਈ? ਕਿਹਦੇ ਲੌਂਗ ਲਾਉਂਦੇ ਪਏ ਹੋ? ਆਹ ਫੋਰਸ ਹੈ ਨਾ, ਆਹ ਫੋਰਸ ਹੈ। ਇਸ ਕਰਕੇ ਫੋਰਸ ਵਾਲਾ ਕੰਪੋਨੈਂਟ ਕਿਹੜਾ ਹੋ ਗਿਆ? ਆਹ ਵਾਲਾ P ਇੰਟੂ P ਡੈਸ਼। ਅਤੇ ਡਿਸਪਲੇਸਮੈਂਟ ਕੀ ਆ ਗਈ? P ਡੈਸ਼ Q। ਦਿਸ ਵਨ ਆ ਗਿਆ। ਇਹਦਾ ਮਤਲਬ ਆਹ ਵਾਲਾ ਜਿਹੜਾ ਏਰੀਆ ਹੈ ਇਹ ਕੀ ਸ਼ੋ ਕਰਦਾ ਪਿਆ? ਏਰੀਆ ਆਫ ਸ਼ੇਡ। ਇਹ ਕੀ? ਇਹ ਏਰੀਆ ਸ਼ੋ ਕਰਦਾ ਪਿਆ ਤੁਹਾਡਾ। ਆ ਕੀ ਆ ਗਿਆ? ਫੋਰਸ। ਆ ਕੀ ਆ ਗਿਆ? ਡਿਸਪਲੇਸਮੈਂਟ। ਠੀਕ ਹੈ ਜੀ। ਸੋ ਤੁਹਾਡੇ ਕੋਲ ਇੱਥੇ ਮੰਨ ਲਓ A ਪੁਆਇੰਟ ਜਿਹੜਾ ਵਾ ਇਹਦੀ ਡਿਸਪਲੇਸਮੈਂਟ ਕਿੰਨੀ ਸੀ? S1। ਕਿੰਨਾ ਡਿਸਪਲੇਸਮੈਂਟ ਕੀਤੀ ਹੈ? S1 to S2। ਸਿਮਿਲਰਲੀ ਤੁਸੀਂ ਡਿਸਪਲੇਸਮੈਂਟ ਫਾਈਂਡ ਕਰੋਗੇ S1 to S2 FDS ਇਜ਼ ਇਕੁਅਲ ਟੂ ਕਾਹਦੇ ਬਰਾਬਰ ਆ ਜਾਏਗਾ? ਏਰੀਆ। ਇਹ ਟੋਟਲ ਆ ਗਿਆ ਨਾ। ਹੁਣ ਏਰੀਆ ਕੀ ਆਏਗਾ? A B ਡੈਸ਼ A ਡੈਸ਼। ਇਹ ਸਾਰਾ ਏਰੀਆ ਆ ਜਾਏਗਾ। ਉਹਦੇ ਅੰਦਰ ਆਹ ਵਾਲਾ ਆ ਗਿਆ ਸੀ P ਡੈਸ਼ Q ਡੈਸ਼ Q। ਹੁਣ ਆ ਜਾਏਗਾ A B। ਇਹ ਟੋਟਲ ਫੋਰਸ ਆ। ਠੀਕ ਹੈ ਜੀ। ਓਕੇ। ਨੈਕਸਟ ਆ ਗਿਆ ਤੁਹਾਡੇ ਕੋਲ एनर्जी।
ਨੈਕਸਟ ਟੌਪਿਕ ਕੀ ਆ ਗਿਆ, ਵੈਰੀ ਇੰਪੋਰਟੈਂਟ। ਵਰਕ ਜਿਹੜਾ ਉਹ ਖਤਮ ਹੋ ਗਿਆ, ਹੁਣ ਆ ਗਿਆ એનર્ਜੀ। એનર્ਜੀ ਕੀ ਹੁੰਦਾ ਹੈ? ਅਬਿਲਿਟੀ ਟੂ ਡੂ ਵਰਕ, ਕਿਸੇ ਕੰਮ ਕਰਨ ਦੀ ਕਿੰਨੀ ਕਪੈਸਿਟੀ ਹੈ। ਅਬਿਲਿਟੀ ਟੂ ਡੂ ਵਰਕ, ਇਹਨੂੰ ਆਪਾਂ ਕੀ ਕਹਿੰਦੇ ਆ? એનર્ਜੀ। ਠੀਕ ਹੈ ਜੀ। ਇਹ ਕਿਹੜੀ ਕੁਆਂਟਿਟੀ ਹੈ? ਅਗੇਨ ਇਹ ਸਕੇਲਰ ਕੁਆਂਟਿਟੀ ਹੈ, ਕਿਉਂਕਿ ਇਹਦੇ 'ਚ ਕੀ ਆ ਗਿਆ? ਵਰਕ ਆ ਗਿਆ, ਤੇ ਵਰਕ ਕੀ ਸੀਗਾ? ਸਕੇਲਰ ਕੁਆਂਟਿਟੀ ਸੀਗਾ। ਆਟੋਮੈਟਿਕਲੀ એનર્ਜੀ ਵੀ ਕੀ ਹੋਏਗੀ? ਸਕੇਲਰ ਕੁਆਂਟਿਟੀ ਹੋਏਗੀ। ਇਹਦਾ ਡਾਇਮੈਂਸ਼ਨਲ ਫਾਰਮੂਲਾ ਤੁਹਾਨੂੰ ਆਉਣਾ ਚਾਹੀਦਾ। ਉਹ ਕਿੰਨਾ? ml/t-2। ਇਹਦੇ ਯੂਨਿਟਸ ਕੀ ਹੋਣਗੇ? ਸੇਮ ਜਾਊਲ ਦੇ ਵਿੱਚ ਹੀ ਇਹਨੂੰ, ਇਹਦੇ ਜਾਊਲ ਜਿਹੜੇ ਆ ਗਏ ਉਹ SI ਸਿਸਟਮ ਆ ਗਿਆ, ਤੇ ਅਰਗ ਦੇ ਵਿੱਚ ਕੀ ਆ ਗਿਆ? CGS ਸਿਸਟਮ ਆ ਗਿਆ। ਇਹਦੇ ਯੂਨਿਟਸ ਵੀ ਸੇਮ ਐਜ਼ ਆਫ ਵਰਕ ਹੋਣਗੇ, ਕਿਉਂਕਿ એનર્ਜੀ ਇਜ਼ ਨਥਿੰਗ, ਇਟ ਇਜ਼ ਸਿੰਪਲੀ ਦ ਅਬਿਲਿਟੀ ਟੂ ਡੂ ਵਰਕ। ਸੋ ਸੇਮ ਹੋਏਗਾ। ਠੀਕ ਹੈ ਜੀ। ਸੋ ਕਹਿੰਦਾ એનર્ਜੀ ਕੀ ਹੁੰਦੀ ਹੈ? ਟੋਟਲ ਅਮਾਊਂਟ ਆਫ ਦਾ ਵਰਕ ਦੈਟ ਅ ਬੋਡੀ ਕੈਨ ਡੂ। એનર્ਜੀ ਇਜ਼ ਨਥਿੰਗ, ਇਟ ਇਜ਼ ਸਿੰਪਲੀ ਦ ਟੋਟਲ ਵਰਕ ਜਿਹੜਾ ਇੱਕ ਬੋਡੀ ਕਰ ਸਕਦੀ ਹੈ। ਠੀਕ ਹੈ ਜੀ। ਓਕੇ। ਤੇ ਇਹ ਟਾਈਮ ਤੇ ਡਿਪੈਂਡ ਨਹੀਂ ਕਰਦੀ ਵੀ ਕਿੰਨੇ ਟਾਈਮ ਦੇ ਵਿੱਚ ਕਿੰਨਾ ਕੰਮ, ਕਿ ਜਿੰਨੀ ਉਹਦੀ ਕਪੈਸਿਟੀ ਹੈ, ਜਿੰਨਾ ਕੋਈ ਬੋਡੀ ਜਿਹੜੀ ਆਪਣਾ ਕੰਮ ਕਰ ਸਕਦੀ ਹੈ, ਦੈਟ ਇਜ਼ ਦਾ એનર્ਜੀ। ਠੀਕ ਹੈ ਜੀ। ਲੇਕਿਨ ਜਿਹੜੀ ਪਾਵਰ ਹੁੰਦੀ ਹੈ ਉਹ ਡਿਪੈਂਡ ਕਰਦੀ ਹੈ ਟਾਈਮ ਦੇ ਉੱਪਰ। ਹੁਣ ਇਹਦੇ 'ਚ ਆਪਾਂ ਮੇਨ ਦੋ એનર્ਜੀਜ਼ ਕਰਨੀਆਂ ਨੇ। એનર્ਜੀਜ਼ ਬਹੁਤ ਤਰ੍ਹਾਂ ਦੀਆਂ ਹੁੰਦੀਆਂ ਨੇ, ਮਕੈਨੀਕਲ એનર્ਜੀ, ਹੀਟ એનર્ਜੀ, ਕਾਈਨੈਟਿਕ એનર્ਜੀ, ਪੋਟੈਂਸ਼ੀਅਲ એનર્ਜੀ। ਠੀਕ ਹੈ ਜੀ। ਲਾਈਟ એનર્ਜੀ, ਸਾਊਂਡ એનર્ਜੀ। ਆਪਣਾ ਨੈਕਸਟ ਟੌਪਿਕ ਹੈ ਇਹਦੇ ਵਿੱਚ ਅੱਗੇ ਕਾਈਨੈਟਿਕ એનર્ਜੀ। ਠੀਕ ਹੈ ਜੀ। ਕੀ ਆ ਗਿਆ? ਕਾਈਨੈਟਿਕ એનર્ਜੀ। ਕਾਈਨੈਟਿਕ ਨਾਮ ਤੋਂ ਹੀ ਕਲੀਅਰ ਹੈ, એનર્ਜੀ ਪੋਜੈਸਡ ਬਾਏ ਮੋਸ਼ਨ, ਬਾਏ ਵਰਚੂ ਆਫ ਮੋਸ਼ਨ। ਇਹਨੂੰ ਆਪਾਂ ਕੀ ਬੋਲਦੇ ਹਾਂ? ਕਾਈਨੈਟਿਕ એનર્ਜੀ। ਜਦੋਂ ਬੋਡੀ ਮੋਸ਼ਨ ਦੇ ਵਿੱਚ ਹੁੰਦੀ ਆ, ਉਸ ਟਾਈਮ 'ਤੇ ਜਿਹੜੀ એનર્ਜੀ ਉਹਦੇ ਕੋਲ ਹੁੰਦੀ ਆ, ਉਹਨੂੰ ਆਪਾਂ ਕਿਹੜੀ એનર્ਜੀ ਬੋਲਦੇ ਹਾਂ? ਉਹਨੂੰ ਆਪਾਂ ਬੋਲਦੇ ਹਾਂ ਕਾਈਨੈਟਿਕ એનર્ਜੀ। ਠੀਕ ਹੈ ਜੀ। ਐਗਜ਼ਾਮਪਲ ਦਿੱਤੀਆਂ ਹੋਈਆਂ ਨੇ। ਕਾਈਨੈਟਿਕ એનર્ਜੀ ਆਫ ਏਅਰ, ਕੌਣ ਮੂਵ ਕਰਨ 'ਚ ਹੈਲਪ ਕਰਦਾ ਪਿਆ? ਏਅਰ ਹੈਲਪ ਕਰਦੀ ਪਈ ਹੈ। ਇਹਦਾ ਮਤਲਬ ਜਦੋਂ ਜਿਹੜੀਆਂ ਵਿੰਡ ਮਿਲਸ ਚੱਲਦੀਆਂ ਨੇ ਏਅਰ ਦੀ ਹੈਲਪ ਦੇ ਨਾਲ, ਤਾਂ ਕਿਹੜੀ એનર્ਜੀ ਹੁੰਦੀ ਆ? ਕਾਈਨੈਟਿਕ એનર્ਜੀ। ਚਲਾਉਣ 'ਚ, ਮੋਸ਼ਨ 'ਚ ਹੈਲਪ ਕਰਦੀ ਪਈ ਹੈ, ਕਾਈਨੈਟਿਕ એનર્ਜੀ ਦੀ ਐਗਜ਼ਾਮਪਲ ਹੈ। ਵਾਟਰ ਰਨ ਕਰ ਰਿਹਾ, ਉਹ ਵੀ ਕਾਈਨੈਟਿਕ એનર્ਜੀ ਦੀ ਐਗਜ਼ਾਮਪਲ ਹੈ। ਹੈਮਰ ਨਾਲ ਕਿੱਲ ਠੋਕਦੇ ਪਏ ਹੋ, ਉਹ ਵੀ ਕਾਈਨੈਟਿਕ એનર્ਜੀ ਦੀ ਆ। ਬੁਲਟ ਫਾਇਰ ਹੁੰਦੀ ਪਈ ਹੈ, ਇਹ ਵੀ ਕਾਈਨੈਟਿਕ એનર્ਜੀ ਦੀ ਐਗਜ਼ਾਮਪਲ ਹੈ। ਹੁਣ ਆਪਾਂ ਕੈਲਕੂਲੇਟ ਕਰਨਾ ਹੈ ਕਿ ਜਿਹੜਾ ਹੈਗੇ ਦੋ ਮੈਥਡ ਦਿੱਤੇ ਹੋਏ ਆ ਤੁਹਾਡੀ ਬੁੱਕ ਦੇ ਵਿੱਚ। ਆਪਾਂ ਇੱਕ ਮੈਥਡ ਜਿਹੜਾ ਉਹਨੂੰ ਲਵਾਂਗੇ, ਦੂਸਰੇ ਮੈਥਡ ਨਾਲ ਆਪਾਂ ਨੂੰ ਕਰਨ ਦੀ ਲੋੜ ਨਹੀਂ। ਇੱਕ ਮੈਥਡ ਜਿਹੜਾ ਮਰਜੀ, ਜਿਹੜਾ ਤੁਹਾਨੂੰ ਈਜ਼ੀ ਲੱਗਿਆ ਕਰ ਲਿਆ ਜੀ। ਠੀਕ ਹੈ ਜੀ। ਹੁਣ ਕਾਈਨੈਟਿਕ એનર્ਜੀ ਜਿਹੜੀ ਆ ਕਿਸੇ ਬੋਡੀ ਦੀ ਲੈ ਰਹੇ ਹੋ। ਠੀਕ ਹੈ। ਸਪੋਜ਼ ਕਰੋ ਸਾਡੇ ਕੋਲ ਇੱਕ ਬੋਡੀ ਹੈ, ਉਹਦਾ ਮਾਸ ਕਿੰਨਾ ਹੈ? M। ਠੀਕ ਹੈ ਜੀ। ਉੱਤੇ ਆਪਾਂ ਪਹਿਲਾਂ ਉਹ ਕਿਹੜੀ ਪੋਜੀਸ਼ਨ 'ਤੇ ਆ? ਰੈਸਟ ਪੋਜੀਸ਼ਨ 'ਤੇ, ਕੋਈ ਫੋਰਸ ਨਹੀਂ ਲੱਗਦਾ ਪਿਆ। ਫਿਰ ਆਪਾਂ ਇਹਦੇ 'ਤੇ ਫੋਰਸ ਲਗਾਇਆ ਤੇ ਬੋਡੀ ਕੀ ਆ ਗਈ? ਮੋਸ਼ਨ ਦੇ ਵਿੱਚ। ਤੇ ਮੂਵ ਕਰਕੇ ਸਪੋਜ਼ ਕਰੋ ਬੋਡੀ ਕਿੱਥੇ ਪਹੁੰਚ ਗਈ? ਇੱਥੇ ਪਹੁੰਚ ਗਈ, ਜਦੋਂ ਵੈਲੋਸਿਟੀ v ਨਾਲ ਮੂਵ ਕਰਦੀ ਪਈ ਹੈ। ਆ ਉਹਦੀ ਕੀ ਆ ਗਈ? ਡਿਸਪਲੇਸਮੈਂਟ, S ਵੈਕਟਰ। ਇਹ ਕੀ ਸ਼ੋ ਕਰਦਾ ਪਿਆ? S ਵੈਕਟਰ ਡਿਸਪਲੇਸਮੈਂਟ। ਬੋਡੀ ਪਹਿਲਾਂ ਇੱਥੇ ਸੀਗੀ, ਇੱਥੇ ਉਹ ਰੈਸਟ ਪੋਜੀਸ਼ਨ 'ਤੇ ਸੀ। ਆਪਾਂ ਫੋਰਸ F ਅਪਲਾਈ ਕੀਤਾ, ਬੋਡੀ ਮੂਵ ਕਰਕੇ ਵੈਲੋਸਿਟੀ v ਦੇ ਨਾਲ S ਪੁਆਇੰਟ 'ਤੇ ਪਹੁੰਚ ਗਈ। S ਕਿੰਨੇ ਕੀ ਸ਼ੋ ਕੀਤਾ? ਉਹਦੀ ਡਿਸਪਲੇਸਮੈਂਟ। ਠੀਕ ਹੈ। ਆਪਾਂ ਫੋਰਸ ਉਨੀ ਦੇਰ ਤੱਕ ਅਪਲਾਈ ਕਰ ਦਿੱਤਾ ਜਿੰਨੀ ਦੇਰ ਤੱਕ ਇਹ ਮੋਸ਼ਨ ਕਰਨਾ ਇਹਨੇ ਸਟਾਰਟ ਨਹੀਂ ਕਰ ਦਿੱਤਾ, ਔਰ ਇਸ ਡਾਇਰੈਕਸ਼ਨ 'ਚ ਫੋਰਸ ਲਗਾਉਂਦੇ ਪਏ ਆ, ਡਿਸਪਲੇਸਮੈਂਟਸ ਵੀ ਉਸੇ ਡਾਇਰੈਕਸ਼ਨ ਦੇ ਵਿੱਚ ਹੋ ਰਹੀ ਹੈ। ਤਾਂ ਆਟੋਮੈਟਿਕਲੀ ਫਿਰ ਜਦੋਂ ਤੁਸੀਂ ਫੋਰਸ ਅਪਲਾਈ ਕਰ ਰਹੇ ਹੋ, ਡਿਸਪਲੇਸਮੈਂਟ ਹੋ ਰਹੀ ਹੈ, ਤਾਂ ਨੈਚੁਰਲੀ ਤੁਹਾਡੇ ਕੋਲ ਕੀ ਆਏਗਾ? ਵਰਕ ਡਨ, ਦੈਟ ਇਜ਼ ਇਕੁਅਲ ਟੂ F ਵੈਕਟਰ ਡੋਟ S ਵੈਕਟਰ। ਜਦੋਂ ਇਹਨੂੰ ਖੋਲੋਗੇ ਕੀ ਬਣੇਗਾ? ਇਹ ਡਾਟ ਪ੍ਰੋਡਕਟ ਹੈ FS cos ਥੀਟਾ। ਠੀਕ ਹੈ ਜੀ। ਹੁਣ ਜਿਸ ਡਾਇਰੈਕਸ਼ਨ 'ਚ F ਜਾ ਰਹੀ ਹੈ ਉਸੇ ਡਾਇਰੈਕਸ਼ਨ 'ਚ S ਹੋ ਰਹੀ ਹੈ। ਇਹਦਾ ਮਤਲਬ ਇਹ ਕੀ ਹੈ? ਇਹਨਾਂ 'ਚ ਐਂਗਲ ਕਿੰਨਾ ਹੈ? F ਤੇ S ਦੇ ਵਿੱਚ 0 ਡਿਗਰੀ। ਇਸ ਕਰਕੇ cos ਜਿਹੜਾ ਉਹ 0 ਡਿਗਰੀ ਆ ਗਿਆ, ਤੇ ਵਰਕ ਡਨ ਤੁਹਾਡੇ ਕੋਲ ਕੀ ਬਚਿਆ? F ਇੰਟੂ S। ਹੁਣ ਤੁਸੀਂ ਇੱਥੇ ਵੈਕਟਰ ਨਹੀਂ ਪਾਓਗੇ ਕਿਉਂਕਿ ਤੁਸੀਂ ਵੈਕਟਰ ਨੂੰ ਸੋਲਵ ਕਰ ਲਿਆ। ਹੁਣ ਤੁਸੀਂ ਸਿੰਪਲੀ ਲਿਖੋਗੇ FS। ਠੀਕ ਹੈ ਜੀ। ਸਮਝ ਆ ਗਈ? F ਵੈਕਟਰ ਡਾਟ S ਵੈਕਟਰ ਸੀਗਾ, ਇਹਨੂੰ ਖੋਲਿਆ, ਫॉर ਡਾਟ ਪ੍ਰੋਡਕਟ ਦਾ ਫਾਰਮੂਲਾ ਲਗਾਇਆ, FS cos ਥੀਟਾ ਆ ਗਿਆ। ਹੁਣ ਜਿਸ ਡਾਇਰੈਕਸ਼ਨ 'ਚ F ਜਾ ਰਹੀ ਹੈ ਉਸੇ ਡਾਇਰੈਕਸ਼ਨ 'ਚ S ਜਾ ਰਿਹਾ, ਇਹਨਾਂ ਦੇ ਵਿੱਚ ਐਂਗਲ ਜਿਹੜਾ 0 ਡਿਗਰੀ ਹੈ FS ਦੇ ਇਕੁਅਲ ਆ ਗਿਆ। ਠੀਕ ਹੈ ਜੀ। ਨੈਕਸਟ ਆ ਗਿਆ ਸਾਡੇ ਕੋਲ, ਹੁਣ ਜਦੋਂ ਤੁਸੀਂ ਕਹਿੰਦਾ ਫੋਰਸ ਅਪਲਾਈ ਕੀਤਾ, ਬੋਡੀ ਨੇ ਮੂਵ ਕਰਨਾ ਸਟਾਰਟ ਕੀਤਾ, ਤੇ ਹੁਣ ਉਹ ਸੇਮ ਵੈਲੋਸਿਟੀ ਨਾਲ ਮੂਵ ਤਾਂ ਨਹੀਂ ਕਰਦੀ ਪਈ, ਵੈਲੋਸਿਟੀ ਚੇਂਜ ਹੋ ਰਹੀ ਹੈ। ਠੀਕ ਹੈ ਜੀ। ਸੋ ਨੈਚੁਰਲੀ ਇਹ ਚੇਂਜ ਇਨ ਵੈਲੋਸਿਟੀ ਨੂੰ ਆਪਾਂ ਕੀ ਲਿਖਦੇ ਹਾਂ? ਐਕਸਲਰੇਸ਼ਨ। ਕੀ ਹੁੰਦਾ ਹੈ? ਐਕਸਲਰੇਸ਼ਨ। ਓਕੇ। ਹੁਣ ਕਹਿੰਦਾ
जे ए एक्सेलरेशन प्रोड्यूस हुई है तो न्यूटन सैकेंड ला के अकॉर्डिंग जो फोर्स है उसका रिलेशन की बनेगा फिर एफ वैक्टर इज इक्वल टू एम इंटू ए वैक्टर। ठीक है जी। हुण एक्सेलरेशन किहड़ी डायरैक्शन च हो रही है, हुण तुसीं देखिया याद रखियो आ बॉडी सीगी आ इत्थे मूव करके पहुँच गई, आ डिसप्लेसमेंट सीगी, इत्थे आपां फोर्स लगाया, एक्सेलरेशन किधर नूं जा रही है, उस डायरैक्शन जा रही है ना जिस डायरैक्शन च आपां फोर्स अप्लाई कर रहे हैं। ठीक है ना। सो कहंदा जिहड़ा वर्क डन है हुण अपने कोल की आया सीगा W इज इक्वल टू एफ एस, इहदा मतलब एफ की जगह पर आपां की लिख सकते हैं एम ए एस, एफ की जगह पर वैल्यू एम ए पुट कर सकते हैं आपां। ठीक है जी। एम ए एस एक फार्मूला आप पहला भी प्रीवियस चैप्टर किया होया वी स्केयर माइनस यू स्केयर इज इक्वल टू 2AS। हुण इहदे च की हैगा, इहदा मतलब की हो गया इनिशियल वेलोसिटी कितनी सी पहला तो रेस्ट ते सी, इस करके इत्थे की आ चुका 0, तुहाडे कोल की बचिया वी स्केयर इज इक्वल टू 2AS क्योंकि यू की है इनिशियल वेलोसिटी है। ठीक है। तो वी की हुंदा फाइनल वेलोसिटी, तो शुरू में तो बॉडी मोशन दे विच नहीं सी, इस करके यू की हो गया फिर 0, तुहाडे कोल की बचिया वी स्केयर इज इक्वल टू 2AS। हुण इहदे तो आपां ए दी वैल्यू कढ लईए, कादे बराबर आ जाएगी वी स्केयर ओवर 2S। हुण इहदे च आपां पुट करांगे कादे बराबर आ जाएगा एम इंटू वी स्केयर ओवर 2S मल्टीप्लाई बाय S। ठीक है, मल्टीप्लाई बाय एस, एस नाल एस कैंसल हो जाएगा, यू आर लैफ्ट विद हाफ एम वी स्क्वेयर। ठीक है। W इज इक्वल टू की आ गया तुहाडे कोल हाफ एम की आ गया तुहाडे कोल हाफ एम वी स्क्वेयर। तो यही काइनेटिक एनर्जी होंगी जो तुहानूं याद होवे तां। ठीक है जी। तो जिहड़ा वर्क डन होंदा इट इज़ नथिंग, ये भी की होंदी है एनर्जी होंदी है। ठीक है। सो W की जगह तुसीं की लिख सकते हो काइनेटिक एनर्जी, एंड काइनेटिक एनर्जी का फार्मूला की है हाफ एम वी स्क्वेयर। ठीक है जी। सिमिलरली एक होर मैथड दिता है, तुसीं उस मैथड नाल भी कर सकते हो, बट मैं तुहानूं एक समझा दिता है, एक्सट्रा पढ़ना तुहाडी चॉइस है। नैक्सट आ गया वेरी इंपॉर्टेंट टॉपिक वर्क एनर्जी थ्योरम। बेटे ये टॉपिक जो 4 मार्क्स के जरूर आता है, बड़ा सिंपल है। ये की कहता है कि वर्क डन बाय आ फोर्स कादे बराबर होंदा चेंज इन द काइनेटिक एनर्जी ऑफ द बॉडी। ठीक है। चेंज इन काइनेटिक एनर्जी मतलब W इज इक्वल टू काइनेटिक एनर्जी का फार्मूला की है चेंज इन काइनेटिक एनर्जी मतलब इनिशियल। ठीक है जी। आप फाइनल आ गई माइनस हाफ एम यू स्क्वेयर। ठीक है जी। ये की आ गया हाफ एम आ चेंज इन एनर्जी आ गया। सो वर्क एनर्जी थ्योरम की कहती है कि जो द वर्क डन बाय अ फोर्स एक्टिंग ऑन अ बॉडी इज इक्वल टू कादे बराबर होंदा वा चेंज इन एनर्जी। ठीक है जी। चलो हुण आपां इहनूं प्रूव करना। कहता सपोज करो अगेन उही डायग्राम तुसीं लैना बेटे कि आ बॉडी सीगी इनिशियली वो रेस्ट ते आ। ठीक है। उहदे ते आपां फोर्स लाया एफ तो वो मूव डिसप्लेस करके बॉडी जिहड़ी आ ए नाल वी वेलोसिटी नाल मूव करती पई आ, मास उहदा एम है, आ उहदे विच डिसप्लेसमेंट आ गया। डायग्राम उही पिछले क्वेश्चन वाला ही रहना। इनिशियली रेस्ट ते सीगे आपां एफ फोर्स जिहड़ा उहदे ते अप्लाई किया, बॉडी ने मूव करना स्टार्ट कर दिता, कितना डिसप्लेस की DS। ठीक है जी। DW कादे बराबर है आपां नूं पता ही है एफ वैक्टर। बेटे एक क्वेश्चन चंगी तरह समझ लो कि उही क्वेश्चन बार बार है। ठीक है जी। अगेन इन्हां च एंगल कितना एक ही बनेगा FDS कॉस थीटा, तो FDS कॉस एंगल कितना 0 डिग्री, तो आंसर की आएगा FDS। ठीक है जी। अगे आ गया न्यूटन सैकेंड लॉ के अकॉर्डिंग F इज इक्वल टू की सीगा M इंटू A। तो जे आप DW की गल करते हैं, हुण इहदे च वैल्यू पुट करिए तो DW इज इक्वल टू M इंटू ADS। ठीक है जी। हुण A की है एक्सलरेशन, एक्सलरेशन की होंदा चेंज इन वेलोसिटी, इहदा मतलब A की जगह पे तुसी dy/dt भी लिख सकते हो क्योंकि A की होंदा चेंज इन वेलोसिटी, तो d/dt ऑफ V की शो करता चेंज इन वेलोसिटी। ठीक है जी। हुण जे तुसी ठीक है जी, तुहाडे कोल आ गया हाँ जी आपां सीगा अपने कोल DW इज इक्वल टू MAS
ਉਹਦੀ ਜਗ੍ਹਾ ਤੇ ਮੈਂ ਤੁਹਾਨੂੰ ਕੀ ਲਿਖਿਆ ਸੀ, ਚੇਂਜ ਇਨ ਵੈਲੋਸਿਟੀ ਲਿਖ ਸਕਦੇ ਹਾਂ ਆਪਾਂ d/dt ਇੰਟੂ ds ਲਿਖ ਸਕਦੇ ਹਾਂ। ਠੀਕ ਹੈ ਜੀ। ਸੋ m ਨੂੰ ਅਲੱਗ ਕਰ ਦਿੱਤਾ, ds/dt ਇਕੱਠਾ ਕਰਤਾ, ਚੇਂਜ ਇਨ ਡਿਸਪਲੇਸਮੈਂਟ ਆ ਗਿਆ। ਠੀਕ ਹੈ, ਇੰਟੂ dv। ਓਕੇ, ਤੇ ਚੇਂਜ ਇਨ ਡਿਸਪਲੇਸਮੈਂਟ ਕੀ ਹੁੰਦਾ, ਵੈਲੋਸਿਟੀ। ਸੋ mv/dv ਲਿਖ ਸਕਦੇ ਹੋ, dw = mv/dv। ਹੁਣ ਆਪਾਂ ਨੂੰ ਕੀ ਚਾਹੀਦਾ ਸੀ, ਆਪਾਂ ਚੇਂਜ ਇਨ ਵੈਲੋਸਿਟੀ ਫਾਈਂਡ ਕਰਨਾ। ਚੇਂਜ ਇਨ ਵੈਲੋਸਿਟੀ ਫਾਈਂਡ ਕੀ ਕਰਾਂਗੇ, ਜਦੋਂ ਇਨੀਸ਼ੀਅਲ ਟੂ ਫਾਈਨਲ ਆਪਾਂ ਨੂੰ ਵੈਲੋਸਿਟੀ ਪਤਾ ਹੋਏਗੀ, ਤਾਂ ਮਤਲਬ ਵੈਲੋਸਿਟੀ ਵੇਰੀ ਕਰੇਗੀ, ਤਾਂ ਹੀ ਤੁਹਾਨੂੰ ਪਤਾ ਚੱਲੇਗਾ ਨਾ ਕਿ ਚੇਂਜ ਇਨ ਵੈਲੋਸਿਟੀ ਕਿੰਨੀ ਆਈ ਹੈ। ਸੋ ਜੇ ਟੋਟਲ ਵਰਕ ਡਨ ਕੱਢੋਗੇ ਤਾਂ ਇੰਟੀਗ੍ਰੇਸ਼ਨ ਕਰੋਗੇ, ਇਹ w ਆ ਗਿਆ। ਲਿਮਿਟਸ ਕੀ ਹੋਣਗੀਆਂ, u ਵੈਲੋਸਿਟੀ ਹੈ ਇਨੀਸ਼ੀਅਲ, ਫਾਈਨਲ ਕੀ ਹੈ v, mv/dv। ਇੰਟੀਗ੍ਰੇਸ਼ਨ ਤੁਹਾਨੂੰ ਕਰਵਾਈ ਹੋਈ ਹੈ, ਵੈਲੋਸਿਟੀ ਵੇਰੀ ਕਰਦੀ ਪਈ ਹੈ, m ਕਾਂਸਟੈਂਟ ਹੈ, ਬਾਹਰ ਆ ਜਾਏਗਾ, ਅੰਦਰ ਕੀ ਰਹਿ ਜਾਏਗਾ, u to v/dv। m ਇਹਦੀ ਇੰਟੀਗ੍ਰੇਸ਼ਨ ਕੀ ਹੈ, ਪਾਵਰ ਰੂਲ ਲੱਗੇਗਾ, v²/2। ਜਿਨ੍ਹਾਂ ਨੇ ਇੰਟੀਗ੍ਰੇਸ਼ਨ ਡਿਫਰੈਂਸ਼ੀਏਸ਼ਨ ਨਹੀਂ ਆਉਂਦੀ ਉਹਨਾਂ ਨੂੰ ਪ੍ਰੋਬਲਮ ਆਏਗੀ। ਠੀਕ ਹੈ ਜੀ, ਇਹ ਆ ਗਿਆ। ਇਸ ਤੋਂ ਬਾਅਦ ਆ ਗਿਆ, ਠੀਕ ਹੈ ਜੀ, w = ਕੀ ਆ ਗਿਆ ਤੁਹਾਡੇ ਕੋਲ, m ਬਾਹਰ ਆ ਗਿਆ, v²/2 u to v। ठीक है जी, एक ਹੁੰਦਾ अपर लिमिट माइनस लोअर लिमिट। अपर लिमिट कितनी है, v² - 2 आ जाएगा, क्योंकि v की जगह पर भरना आप, क्योंकि वेलोसिटी चेंज होती पई है। ठीक है, 2 तुसी बाहर भी कढ़ सकते हो, इतने तुसी रहन दो, कैंसल कर दो, माइनस ये जगह पर की आ गया u²। ठीक है जी, ਇਹਦਾ मतलब ਤੁਹਾਡੇ ਕੋਲ ਕੀ ਆ ਗਿਆ, ½ mv² - ½ mu²। वर्क डन ਜਿਹੜਾ ਉਹ ਕਾਦੇ ਬਰਾਬਰ ਆ ਗਿਆ, दिस वन ਦੇ ਬਰਾਬਰ ਆ ਗਿਆ। ठीक है जी, तो यही आप प्रूफ करना सीगा कि जो वर्क एनर्जी थ्योरम कहता कि आपको जो वर्क डन बाय अ फोर्स वो कादे इक्वल होंदा वा, चेंज इन वेलोसिटी। तो आ गया ½ mv², यही आप प्रूफ करना सीगा। ये आ गया तुहाडा वर्क एनर्जी थ्योरम। ठीक है जी, नैक्सट आ गया तुहाडे कोल कंजरवेटिव फोर्सिस की होंदियां ने। नैक्सट टॉपिक होएगा तुहाडे कंजरवेटिव फोर्सिस। कंजरवेटिव फोर्सिस की होंदियां ने, जे कहता वर्क डन किसी भी फोर्स द्वारा अगर 2 पॉइंट दे विच तुसीं वर्क डन देख रहे हो, वो पाथ ते डिपेंड नहीं कर रहा भी किहड़ा पाथ फॉलो करता पिया। अगर किसी भी फोर्स द्वारा कोई भी वर्क डन किया जाता है बिटवीन द 2 पॉइंट्स, ठीक है जी, अगर वो पाथ दे इंडिपेंडेंट है, इंडिपेंडेंट मीनस वो पाथ ते डिपेंड नहीं करता पिया, तो तुसीं उन्हां नूं किहड़ियां फोर्सिस कहोगे, कंजरवेटिव फोर्सिस। जिवें तुहाडे कोल इत्थे ग्राफ बनिया होएगा तुहाडे टॉपिक के अंदर, बुक देखोगे तो आ ऑरीजन बोलते हैं, स्टार्टिंग पॉइंट, आ Z एक्सिस आ गया, आ की आ गया X एक्सिस, तो दिस वन की लिया उन्होंने Y एक्सिस। ठीक है जी, एक बॉडी है जिहदा मास M है, वो कित्थे पई हुई है, आ ऑरीजन स्टार्टिंग पॉइंट ते पई हुई है, ऑरीजन ते पई हुई है, कित्थे पई हुई है, आ स्टार्टिंग पॉइंट ते पई हुई है। ठीक है जी, नैक्सट आ गया उन्होंने की लिया आगे, की कहता एक होर बॉडी है M, वो मूव करती पई है, आ ऑरीजन पॉइंट ते पई है, मेन है ये M है, इसदा मास M है। एक होर बॉडी है जिहदा मास स्मॉल m है, तो कहता मूव करती पई है आरबीट्रेरी अलॉन्ग एक पाथ उन्होंने लिया A ते B। ठीक है, और आप पढ़िया है कि कोआर्डीनेट फ्रेम दे विच कोई भी आप पाथ लेना है तो उन्होंने हमेशा विद रिस्पैक्ट टू ऑरीजन वेखना है। इसदा मतलब विद रिस्पैक्ट टू ऑरीजन, ए नू भी ऑरीजन नाल जोड़ दो, बी नू भी ऑरीजन नाल जोड़ दो। ठीक है जी, हुण जिहड़ी आ बॉडी मूव करती पई है, इहदा मास कितना है, स्मॉल m, इहदा मास कितना है, स्मॉल m। अगेन वही पॉइंट ए तो मूव करती, मान लो पॉइंट पी ते चलेगी है। ठीक है, कित्थे चलेगी है, पॉइंट पी ते चलेगी है, फिर कित्थे चलेगी है, पॉइंट क्यू ते, आ उहदा लास्ट पॉइंट है, आ उहदा फाइनल पॉइंट है, आ उहदा इनिशियल पॉइंट है। ठीक है जी, पी तो क्यू चलेगी है। एक बॉडी इत्थे लई है जिहदा मास कैपिटल M है, एक बॉडी तुसीं एक आरबीट्रेरी पाथ ले लिया, रस्ता ले लिया ए तो बी, जिहदे उपर मूव करती पई है, एंड उस बॉडी का जिहड़ा मास है वो कितना है, स्मॉल m। ठीक है जी, अगेन आ डिसप्लेसमेंट कितनी होगी, तो बहुत छोटी है, ds आ गया। तो वर्क डन फिर कितना होएगा, p तो क्यू वर्क डन जिहड़ा वो कितना होएगा, dw। अगेन वही फॉर्मूला बार बार f वैक्टर। हुण याद रखना है ਇਹਦਾ ਜਿਹੜਾ पोजीशन वैक्टर है, पोजीशन वैक्टर ਆਪਾਂ पढ़िया फर्स्ट यूनिट चो, की दसदा ਹੁੰਦਾ, डिस्टेंस कह लो, ਇਹਦਾ डिस्टेंस ਇਹਦੇ ਤੋਂ ਦੋਵਾਂ ਦੇ ਵਿੱਚ डिस्टेंस, ਜਾਂ
ए की पोजीशन की है विद रिस्पैक्ट टू ओरिजिन, ठीक है। सिमिलरली ए की आ जाएगा आर बी, स्मॉल आर बी, इस करके आप इस डी आर लै रहे हैं, ठीक है जी, डी आर लै रहे हैं एफ वैक्टर डॉट डी आर वैक्टर। तो टोटल वर्क डन जो कढ़ांगे आप ए तो बी, तो अगेन की बन जाएगा डबल्यू ए बी, इतने इंटीग्रेशन आ जाएगा ए तो बी एफ वैक्टर डॉट डी आर वैक्टर, ठीक है जी। नैक्सट आ गया हुण कहंदा अगे ये बेटे सीधा फार्मूला याद रखना है, डबल्यू ए बी वर्क डन बिटवीन द 2 पॉइंट जी एम। नैक्सट 7th यूनिट के एक्सप्लेनेशन आएगी, ये फिलहाल अजे आ फार्मूला एवें याद रखियो, वो प्रूव करांगे आप, ठीक है जी। आ फार्मूला दैट इज़ वर्क डन इन मूविंग द बॉडी, जिहदा मास कितना है स्मॉल एम, ठीक है। कितों मूव करती पई है फ्रॉम पॉइंट ए टू पॉइंट बी, वो काते डिपेंड करती पई है इनिशियली ऑन द फाइन आर ए की शो करता पिया। आ फार्मूला आएगा, सिर्फ जस्ट याद रखना कितों आया, ये बाद विच करांगे आप, ठीक है जी। हुण देखा जाए तो काते डिपेंड करती पई है, ये डिस्टेंस से डिपेंड करती पई है। आर की शो करता पिया डिस्टेंस, आर बी की शो करता पिया डिस्टेंस, यदा मतलब ये वर्क डन जिहड़ा काते डिपेंड करता पिया डिस्टेंस। किते भी ए बी वर्ड आया, पाथ आया, किते भी नहीं आया, यदा मतलब इन्हें प्रूव करता कि जिहड़ा वर्क डन है, जदों कोई फोर्स अप्लाई की जाती है, जिहड़ा वर्क डन है वो पाथ से डिपेंड नहीं करता, सगों कि कद ते डिपेंड करता है, डिस्टेंस से डिपेंड करता है, ठीक है जी। ओके, दैन आ गया नैक्सट अपने को एक होर छोटा जिहा टॉपिक है थल्ले दिता होया, ये आ गया क्लोज्ड पाथ, वर्क डन अलोंग आ क्लोज्ड पाथ। अगेन आ ओरिजिन आ गया, आ Z एक्सिस आ गया, आ वाई आ गया, तो आ की आ गया एक्स आ गया। क्लोज्ड बॉडी ले ली, ठीक है, उहदा इनू ओरिजिन नाल तो जोड़ना ही जोड़ना, ओरिजिन नाल तो जुड़ेगा ही जुड़ेगा। आ गया ए, आ गया बी, ठीक है जी। इहदा डिस्टेंस कितना आ गया आर ए, बी का कितना आ गया आर बी। एक रस्ता आ बन गया, ए तो बी गया, एक बी तो ए जाऊगा, तो वह की बन जाएगा फिर एक बी तो ए गया, तो यह की बन गया सैकेंड पाथ। यानी कि जो बॉडी जी आ वो ए तो बी क्लोज्ड पाथ से वर्क डन जो क्लोज पाथ में जीरो होंदा, ये आप प्रूव करना है, क्वेश्चन बड़ा आंदा होंदा कि प्रूव करो क्लोज्ड पाथ के वर्क डन जो जीरो है। सो आप क्लोज्ड बॉडी ले ली, अगेन वही ओरिजिन तो वही डायग्राम बनना, आ एक रस्ता हो गया, तो आ ए तो बी एक रस्ता हो गया, तो जो बी तो ए वापस गई तो सैकेंड पाथ आ गया, ठीक है जी। यदा मतलब ये तो आपको पता है कि कोई भी बॉडी का मास एम है वो मूव करती पई है विद वेलोसिटी के नाल, तो वर्क डन जिन्ना वर्क डन वो पाथ ए च करेगी, ए तो बी करेगी, उन्ना ही वर्क डन वो बी तो ए जाएगा। वी डबल्यू ए बी इज इक्वल टू वी डबल्यू ए बी, ठीक है जी। दैन आ गया हुण एक गल याद रखनी है, जे वर्क डन होएगा बाय द ग्रेविटेशनल फोर्स, ठीक है, इन मूविंग द मास अलोंग द पाथ टू, कहता जे एक हुंदा बाय द ग्रेविटेशनल फोर्स, ठीक है ना, एक हुंदा आई थिंक बाय द ग्रेविटेशनल फोर्स, दैन आ गया ऑन द ग्रेविटेशनल फोर्स, ठीक है जी, ठीक है जी। दूसरा एक बाय आ गया, एक आ गया तुहाडे कोल ऑन द ग्रेविटेशनल फोर्स, ठीक है जी। हुण आपां याद रखिया है कि जिहड़ा डबल्यू ए बी है पाथ ए, वो की होएगा डबल्यू ए बी पाथ टू के बराबर होएगा। ओके बेटे, दैन आ गया साडे कोल, कहता इफ द वर्क डन इज डन बाय द ग्रेविटेशनल फोर्स दैन एन अमाउंट ऑफ वर्क विल हैव टू बी डन अगेंस्ट द ग्रेविटेशनल फोर्स इन मूविंग अलोंग पाथ टू, ठीक है जी। यानी कि डबल्यू ए बी ये पाथ मूव करता पाया अलोंग पाथ वन, तो उन्ना ही काम आपां नूं किहदे अलोंग करना पेगा पाथ दूसरे दे, लेकिन डायरैक्शन की होगी ऑपोजिट, इस करके इहदे नाल की आ जाएगा माइनस डबल्यू बी ए, हाँ की आ जाएगा माइनस डबल्यू बी ए अलोंग द पाथ टू, ठीक है। तो जो हम इनू इधर लै आओगे ये बन जाएगा डबल्यू ए बी प्लस डबल्यू बी ए इज इक्वल टू इधर की बचा कुछ भी नहीं जीरो, ठीक है।
ਇਹਦਾ ਮਤਲਬ ਜੇ ਬੋਡੀ ਅੰਡਰ ਦਾ ਇਫੈਕਟ ਆਫ ਗ੍ਰੈਵੀਟੇਸ਼ਨਲ ਫੋਰਸ ਕਿਸੇ ਵੀ ਕਲੋਜ਼ਡ ਪਾਥ ਵਿੱਚ ਮੂਵ ਕਰਦੀ ਪਈ ਆ ਤਾਂ ਉਹਦਾ ਵਰਕ ਡਨ ਕਿੰਨਾ ਹੋਏਗਾ 0 ਹੋਏਗਾ। ਠੀਕ ਹੈ ਜੀ, ਇਹਦੇ ਨਾਲ ਹੀ ਇਹ ਤੁਹਾਡੇ ਅੱਜ ਦੇ ਟੌਪਿਕ ਇੱਥੋਂ ਤੱਕ ਆਪਣੇ ਪੜ੍ਹ ਲਏ ਜਾਣ। ਬਾਕੀ ਟੌਪਿਕ ਜਿਹੜੇ ਆਪਾਂ ਨੈਕਸਟ ਟੌਪਿਕ ਤੇ ਕੱਲ੍ਹ ਕਰਾਂਗੇ।